ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਅਪਡੇਟਸ, ਜਿੱਥੇ ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ। ਉੱਥੇ ਨਾਲ ਹੀ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀਆਂ ਇੰਪੋਰਟੈਂਟ ਖਬਰਾਂ ਇਸ ਵੀਕ ਦੀਆਂ ਉਹਦੇ ਬਾਰੇ ਗੱਲ ਕਰਦੇ ਹਾਂ। ਪਹਿਲੀ ਖਬਰ ਇਹ ਹੈਗੀ ਆ ਕਿ ਸਰਕਾਰ ਨੇ ਕ੍ਰੈਕਡਾਊਨ ਸ਼ੁਰੂ ਕੀਤਾ। ਜਿਹੜੇ ਲੋਕੀ ਵੈਨਜ਼ੂਏਲਾ ਤੋਂ ਆ ਰਹੇ ਆ ਉਹਨਾਂ ਦੀਆਂ ਐਂਟਰੀ ਤੇ ਪਾਬੰਦੀਆਂ ਕਾਫੀ ਲਾਈਆਂ ਨੇ, ਕਿਉਂਕਿ ਵੈਨਜ਼ੂਏਲਾ ਤੋਂ ਬਹੁਤ ਜ਼ਿਆਦਾ ਗਿਣਤੀ ਵਿੱਚ ਵੱਡੇ ਵੱਡੇ ਕਾਫਲੇ ਅਮਰੀਕਾ ਦੇ ਵਿੱਚ ਆਉਂਦੇ ਆ। ਤੇ ਇਹਨਾਂ ਨੂੰ ਉਹਨਾਂ ਨੇ ਜਿਹੜਾ ਹੈਗਾ ਉਹ ਮੈਕਸੀਕੋ ਦੇ ਨਾਲ ਇੱਕ ਅਗਰੀਮੈਂਟ ਕੀਤਾ, ਜਿਹਦੇ ਕਿ ਟਾਈਟਲ 42 ਜਿਹੜੀ ਇੱਕ ਪ੍ਰੋਵੀਜ਼ਨ ਹੈਗੀ ਆ ਕਿ ਸਰਟਨ ਹੈਲਥ ਗਰਾਊਂਡਸ ਦੇ ਉੱਤੇ ਜਾਂ ਹੋਰ ਕਾਰਨਾਂ ਕਰਕੇ ਰੋਕਿਆ ਜਾ ਸਕਦਾ ਕਿਸੇ ਨੂੰ ਐਂਟਰ ਹੋਣ ਲਈ। ਉਹ ਜਿਹੜੀ ਪ੍ਰੋਵੀਜ਼ਨ ਆ ਉਹ ਇਨਵੋਕ ਕੀਤੀ ਆ ਗੌਰਮੈਂਟ ਨੇ, ਤੇ ਇਹਨਾਂ ਨੇ ਅਕਤੂਬਰ 12 ਤੋਂ ਇਹ ਸਟਾਰਟ ਕਰਤਾ। ਤੇ ਹੁਣ ਜਿਹੜੇ ਵੈਨਜ਼ੂਏਲਾ ਤੋਂ ਲੋਕ ਆਉਂਦੇ ਆ ਇਹਨਾਂ ਨੂੰ ਟਾਈਟਲ 42 ਵਾਲੀ ਪ੍ਰੋਵੀਜ਼ਨ ਦੇ ਅੰਡਰ ਇੱਥੋਂ ਡਿਪੋਰਟ ਕਰਦੇ ਆ ਜਾਂ ਵਾਪਸ ਭੇਜ ਦਿੰਦੇ ਆ ਮੈਕਸੀਕੋ। ਤੇ ਮੈਕਸੀਕੋ ਦੇ ਵਿੱਚ ਰਹਿ ਕੇ ਉਹ ਆਪਣੇ ਜਿਹੜੇ ਜੋ ਵੀ ਉਹਨਾਂ ਦੇ ਕੇਸ ਆ ਉਹ ਜਿਹੜੇ ਹੈਗੇ ਆ ਫਾਈਟ ਕਰ ਸਕਦੇ ਆ। ਪਰ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੇ ਵੈਨਜ਼ੂਏਲਾ ਤੋਂ ਲੋਕ ਆ ਰਹੇ ਆ ਉਹਨਾਂ ਦੀ ਇੱਕ ਲਿਮਟ ਆ ਵੀ 24,000 ਤੱਕ ਹੀ ਬੰਦਾ ਆ ਸਕਦਾ, ਇਹ ਤੋਂ ਵੱਧ ਨਹੀਂ ਆ ਸਕਦਾ। ਤੇ ਹੁਣ 24,000 ਤੋਂ ਉੱਤੇ ਬੰਦੇ ਆ ਚੁੱਕੇ, ਇਸ ਕਰਕੇ ਅਸੀਂ ਇਹਨਾਂ ਨੂੰ ਐਂਟਰੀ ਜਿਹੜੀ ਆ ਉਹ ਨਹੀਂ ਦੇਣੀ। ਉੱਥੇ ਕਾਫੀ ਜ਼ਿਆਦਾ ਉਸ ਮੁਲਕ 'ਚ ਪ੍ਰੋਬਲਮ ਹੈ, ਤੇ ਉੱਥੇ ਦੀ ਤਕਰੀਬਨ 25% ਜਿਹੜੀ ਪਾਪੂਲੇਸ਼ਨ ਹੈਗੀ ਆ ਉਹ ਪਿਛਲੇ ਸਾਲਾਂ ਦੇ ਵਿੱਚ ਕੰਟਰੀ ਛੱਡ ਕੇ ਮਤਲਬ ਬਾਹਰਲੇ ਮੁਲਕਾਂ 'ਚ ਆ ਚੁੱਕੀ ਆ। ਤੇ ਉਹਨਾਂ ਵਿੱਚੋਂ ਜਦੋਂ ਅਮਰੀਕਾ ਨੂੰ ਆਉਂਦੇ ਬੜੇ ਵੱਡੇ ਵੱਡੇ ਕਾਫਲੇ, ਉਹਦੇ 'ਚ ਹਜ਼ਾਰਾਂ ਬੰਦੇ ਹੁੰਦੇ ਆ। ਤੇ ਉਹਦੇ ਕਰਕੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹਨਾਂ ਨੂੰ ਐਂਟਰੀ ਨਹੀਂ ਦੇਣੀ, ਕਿਉਂਕਿ ਇੰਨੇ ਲਾਰਜ ਸਕੇਲ 'ਤੇ ਅਸੀਂ ਬੰਦਿਆਂ ਨੂੰ ਐਂਟਰੀ ਅਮਰੀਕਾ 'ਚ ਨਹੀਂ ਦੇ ਸਕਦੇ। ਸੋ ਇਹਨਾਂ ਨੇ ਹੁਣ ਮੈਕਸੀਕੋ ਦੇ ਨਾਲ ਸਮਝੌਤਾ ਕਰਕੇ ਤਾਂ ਜਿਹੜੇ ਵੈਨਜ਼ੂਏਲਾ ਤੋਂ ਬੰਦੇ ਆਉਂਦੇ ਆ ਇਹਨਾਂ ਦੀ ਐਂਟਰੀ ਜਿਹੜੀ ਆ ਉਹ ਹੁਣ ਬੰਦ ਕਰ ਰਹੀ ਹੈ ਸਰਕਾਰ। ਤੇ ਇਹਨਾਂ ਨੂੰ ਮੈਕਸੀਕੋ 'ਚ ਹੀ ਰਹਿ ਕੇ ਜਿਹੜਾ ਕੇਸ ਲੜਨ ਦੀ ਪਰਮਿਸ਼ਨ ਹੋਏਗੀ। ਪਰ ਇਹ ਸਿਰਫ ਵੈਨਜ਼ੂਏਲਾ ਦੇ ਲੋਕਾਂ ਲਈ ਹੈ। ਜਿਹੜੇ ਹੋਰਾਂ ਮੁਲਕਾਂ ਤੋਂ ਆਉਂਦੇ, ਜਿਵੇਂ ਆਪਣੇ ਇੰਡੀਆ ਤੋਂ ਆਉਂਦੇ ਆ ਜਾਂ ਇਹਨਾਂ ਮੁਲਕਾਂ ਤੋਂ, ਉਹਨਾਂ 'ਤੇ ਨਹੀਂ ਆ। ਉਹਨਾਂ ਦਾ ਇਹਦੇ ਨਾਲ, ਇਸ ਡਿਸੀਜਨ ਨਾਲ ਕੋਈ ਸੰਬੰਧ ਨਹੀਂ। ਸੋ ਜਿਹੜੇ ਇੰਡੀਆ ਤੋਂ ਜਾਂ ਏਸ਼ੀਅਨ ਕੰਟਰੀਜ਼ ਤੋਂ ਆਉਂਦੇ ਨੇ ਉਹਨਾਂ ਨੂੰ ਇਸ ਟਾਈਟਲ 42 ਦੇ ਅੰਡਰ ਨਹੀਂ ਡੱਕਿਆ ਜਾਏਗਾ। ਇਹ ਸਿਰਫ ਵੈਨਜ਼ੂਏਲਾ ਦੇ ਲੋਕਾਂ ਵਾਸਤੇ ਇਹ ਜਿਹੜੀ ਹੈਗੀ ਆ ਇਹ ਹੈ ਪ੍ਰੋਵੀਜ਼ਨ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜਾ ਬਿੱਲ ਰੱਖਿਆ ਸੀਗਾ ਸੈਨੇਟਰ ਐਲੈਕਸ ਪਡੀਆ ਨੇ ਇਮੀਗ੍ਰੇਸ਼ਨ ਬਾਰੇ ਵੀ, ਜਿਹੜੀ ਰਜਿਸਟਰੀ ਹੈਗੀ ਉਹਨੂੰ ਰੋਲ ਕਰੋ। ਉਹ ਬਿੱਲ ਦਾ ਅਸੀਂ ਲਾਸਟ ਟਾਈਮ ਵੀ ਕਿਹਾ ਸੀ ਬਹੁਤ ਵਧੀਆ ਸ਼ਲਾਘਾਯੋਗ ਆ, ਪਰ ਉਹ ਕਿਸੇ ਪਾਸੇ ਨਹੀਂ ਅਜੇ ਪਹੁੰਚਿਆ, ਕਿਉਂਕਿ ਇਲੈਕਸ਼ਨ ਈਅਰ ਹੋਣ ਕਰਕੇ ਐਤਕੀ ਹੁਣ ਇਲੈਕਸ਼ਨ ਹੋਣੀ ਹੈ US ਕਾਂਗਰਸ ਦੀ 8 ਨਵੰਬਰ ਨੂੰ। ਤੇ ਉਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਆ ਵੀ ਮੈਜੋਰਟੀ ਕਿਹਦੀ ਆਏਗੀ, ਕਿਹਦਾ ਕੰਟਰੋਲ ਹੋਏਗਾ। ਉਹਦੇ ਕਰਕੇ ਅਜੇ ਇਹਦੀ ਕੋਈ ਇੰਨੀ ਜ਼ਿਆਦਾ ਜਿਹੜੀ ਅਹਿਮੀਅਤ ਨਹੀਂ ਹੋਣੀ, ਕਿਉਂਕਿ ਰਜਿਸਟਰੀ ਜਿਹੜੀ ਆ ਉਹਨੇ ਕਿਹਾ ਸੀ ਕਿ 72 ਤੱਕ ਦਾ ਜੇ ਲਾਅ ਹੈਗਾ ਵੀ 1972 ਤੋਂ ਪਹਿਲਾਂ ਜਿਹੜੇ ਬੰਦੇ ਅਮਰੀਕਾ 'ਚ ਆਏ ਆ ਉਹ ਪੱਕੇ ਹੋ ਸਕਦੇ ਆ। ਉਹ ਕਹਿੰਦੇ ਆ ਵੀ ਉਸ ਤੋਂ ਬਾਅਦ ਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਮਤਲਬ 7 ਸਾਲ ਦੀ ਰਜਿਸਟਰੀ ਤੁਸੀਂ ਐਨਰੋਲ ਕਰ ਦਿਓ ਵੀ ਐਵਰੀ 7 ਈਅਰਸ ਬੰਦੇ ਪੱਕੇ ਹੋ ਜਾ ਕਰਨ। ਪਰ ਉਹ ਅਜੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਹੁਣ ਦੀ ਕਾਂਗਰਸ ਆ ਉਹ ਇਹਨੂੰ ਜਿਹੜਾ ਹੈਗਾ ਟੇਕ ਅਪ ਕਰੇਗੀ। ਤੇ ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਉਹ ਲੋਟਰੀ ਬਾਰੇ ਆ। ਇਹਦੇ ਬਾਰੇ ਮੈਂ ਲਾਸਟ ਟਾਈਮ ਵੀ ਦੱਸਿਆ ਸੀ ਕਿ ਜਿਹੜੀ ਇੰਸਟਰਕਸ਼ਨਸ ਫॉर द 2024 ਡਾਇਵਰਸਿਟੀ ਇਮੀਗ੍ਰੈਂਟ ਵੀਜ਼ਾ ਪ੍ਰੋਗਰਾਮ DV 2024, ਤੇ ਇਹਦੇ ਵਿੱਚ ਜਿਹੜੇ ਬੰਦੇ ਅਪਲਾਈ ਕਰਨਗੇ ਉਹਨਾਂ ਨੂੰ ਜਿਹੜਾ ਹੈਗਾ ਉਹ 8 ਨਵੰਬਰ ਤੱਕ ਅਪਲਾਈ ਕਰਨਾ ਜ਼ਰੂਰੀ ਆ, ਉਹਨਾਂ ਨੂੰ ਐਪਲੀਕੇਸ਼ਨਾਂ ਕਰਨੀਆਂ। ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਅਕਤੂਬਰ 5 ਤੋਂ ਸ਼ੁਰੂ ਆ ਤੇ 8 ਨਵੰਬਰ ਨੂੰ ਖਤਮ ਹੋ ਜਾਏਗਾ। ਤੇ ਇਹਦੇ 'ਚ ਉਹਨਾਂ ਬੰਦਿਆਂ ਨੂੰ ਮੌਕਾ ਮਿਲਦਾ ਜਿਨ੍ਹਾਂ ਦੇ ਕਿ ਬੰਦੇ ਅਮਰੀਕਾ ਦੇ ਵਿੱਚ ਜਿਹੜੇ ਮੁਲਕਾਂ ਦੇ ਘੱਟ ਆਏ ਆ। ਤੇ ਜਿਹੜੀਆਂ ਕਈ ਕੰਟਰੀਜ਼ ਇਹਦੇ ਲਈ ਐਲੀਜੀਬਲ ਨਹੀਂ ਹੈਗੀਆਂ, ਕਿ ਜਿਹੜੇ ਮੁਲਕਾਂ ਦੇ ਬੰਦੇ ਅਮਰੀਕਾ ਦੇ ਵਿੱਚ ਜ਼ਿਆਦਾ ਨੇ ਉਹ ਐਲੀਜੀਬਲ ਨਹੀਂ ਆ। ਉਹਨਾਂ ਵਿੱਚ ਜਿਹੜੀਆਂ ਕੰਟਰੀਆਂ ਨੇ ਜਿਹੜੇ ਕਿ ਅਪਲਾਈ ਨਹੀਂ ਕਰ ਸਕਦੇ, ਉਹਨਾਂ ਦਾ ਮੈਂ ਤੁਹਾਨੂੰ ਵੇਰਵਾ ਦੇਣ ਲੱਗਿਆ ਵੀ ਕਿਹੜੀਆਂ ਕੰਟਰੀਆਂ ਦੇ ਬੰਦੇ ਇਹਦੇ ਵਿੱਚ ਅਪਲਾਈ ਨਹੀਂ ਕਰ ਸਕਣਗੇ। ਕਿਉਂਕਿ ਸਰਕਾਰ ਇਹ ਕਹਿ ਰਹੀ ਆ ਕਿ 50,000 ਤੋਂ ਵੱਧ ਬੰਦੇ ਇਹਨਾਂ ਮੁਲਕਾਂ 'ਚੋਂ ਪਿਛਲੇ 5 ਸਾਲਾਂ 'ਚ ਅਮਰੀਕਾ ਆ ਚੁੱਕੇ ਆ, ਅੱਡ-ਅੱਡ ਰੂਪ ਦੇ ਵਿੱਚ, ਅੱਡ-ਅੱਡ ਵੀਜ਼ਿਆਂ 'ਤੇ। ਤੇ ਇਸ ਕਰਕੇ ਉਹ ਲੋਟਰੀ ਦੇ ਅੰਡਰ ਅਪਲਾਈ ਨਹੀਂ ਕਰ ਸਕਣਗੇ। ਉਹ ਕੰਟਰੀਆਂ ਹੈਗੀਆਂ ਜੀ ਬੰਗਲਾਦੇਸ਼, ਬ੍ਰਾਜ਼ੀਲ, ਕੈਨੇਡਾ, ਚਾਈਨਾ, ਕੋਲੰਬੀਆ, ਡੋਮਿਨਿਕਨ ਰਿਪਬਲਿਕ, ਐਲ ਸੈਲਵਾਡੋਰ, ਹੇਟੀ, ਹੰਡੋਰਸ, ਇੰਡੀਆ ਵੀ ਇਹਦੇ ਵਿੱਚ ਹੈ। ਸੋ ਇੰਡੀਆ ਤੋਂ ਜਿਹੜੀ ਹੈਗੀ ਆ ਲੋਟਰੀ ਦਾ ਜਿਹੜਾ ਹੈਗਾ ਪ੍ਰੋਗਰਾਮ ਉਹਦੇ ਅੰਡਰ ਅਪਲਾਈ ਨਹੀਂ ਹੋ ਸਕੇਗਾ। ਜਮੇਕਾ, ਫਿਰ ਹੈਗਾ ਜੀ ਯੂਨਾਈਟਿਡ ਕਿੰਗਡਮ ਐਂਡ ਇਟਸ ਡਿਪੈਂਡੈਂਟ ਟੈਰੀਟਰੀਜ਼, ਵੈਨਜ਼ੂਏਲਾ ਐਂਡ ਵੀਅਤਨਾਮ। ਸੋ ਇਹਨਾਂ ਕੰਟਰੀਆਂ ਤੋਂ ਬਿਨਾਂ ਬਾਕੀ ਜਿਹੜੀਆਂ ਕੰਟਰੀਆਂ ਹੈਗੀਆਂ ਉਹ ਇਹਦੇ 'ਚ ਐਲੀਜੀਬਲ ਨੇ। ਤੇ ਇਹਦੇ ਵਿੱਚ ਅਪਲਾਈ ਕਰਨ ਵਾਸਤੇ ਜਿਹੜਾ ਹੈਗਾ ਉਹ
ਐਜੂਕੇਸ਼ਨ ਤੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੀ ਹੁੰਦੀ ਆ, ਤੇ ਘੱਟੋ ਘੱਟ 12 ਜਿਹੜੀ ਹੈਗਾ ਬੰਦਾ ਪੜ੍ਹਿਆ ਹੋਵੇ, ਹਾਈ ਸਕੂਲ ਕੰਪਲੀਟ ਕੀਤਾ ਹੋਵੇ 2 ਸਾਲ ਦਾ ਪਿਛਲੇ 5 ਸਾਲ ਦੇ ਵਿੱਚ, ਜਾਂ ਫਿਰ ਵਰਕ ਐਕਸਪੀਰੀਅੰਸ ਹੋਵੇ, ਤੇ ਜਾਂ ਉਹ ਹਾਈ ਸਕੂਲ ਉਹਨੇ ਕੀਤਾ ਆ। ਤੇ ਇਹਦੇ 'ਚ ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਸਰਕਾਰ ਲੈ ਰਹੀ ਆ। 5 ਅਕਤੂਬਰ ਤੋਂ ਸ਼ੁਰੂ ਹੋਈਆਂ ਨੇ ਤੇ 8 ਨਵੰਬਰ ਤੱਕ ਇਹ ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਉਹ ਲਈਆਂ ਜਾਣਗੀਆਂ। ਸੋ ਜਿਹੜੇ ਵੀ ਅਪਲਾਈ ਕਰਨਗੇ ਉਸ ਤੋਂ ਬਾਅਦ ਲੋਟਰੀ ਦੇ ਵਿੱਚ ਜਿਹੜਾ ਹੈਗਾ, ਹੁਣ ਉਹ ਚਾਂਸ ਹੁੰਦਾ, ਕੋਈ ਪੱਕਾ ਸ਼ਿਓਰ ਤਾਂ ਨਹੀਂ ਹੈਗਾ, ਤੇ ਜੇ ਉਹ ਆ ਜਾਣ ਤਾਂ। ਪਰ ਮੇਨ ਗੱਲ ਜਿਹੜੀ ਹੈਗੀ ਆ ਵੀ ਇਹਦੇ 'ਚ ਇਸ ਵਾਰੀ ਇੰਡੀਆ ਇਨਕਲੂਡਡ ਨਹੀਂ। ਸੋ ਇੰਡੀਆ ਤੋਂ ਬੰਦੇ ਇਸ ਲੋਟਰੀ ਵਾਸਤੇ ਜਿਹੜਾ ਉਹ ਅਪਲਾਈ ਨਹੀਂ ਕਰ ਸਕਦੇ। ਹੋਰ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਇਸ ਤੋਂ ਇਲਾਵਾ ਇਸ ਵੀਕ ਦੀ, ਉਹ ਇਹ ਹੈਗੀ ਆ ਜੀ ਕਿ ਜਿਹੜੀ ਸਰਕਾਰ ਆ ਉਹ ਹੁਣ ਜਿਹੜਾ ਆਪਣਾ ਬੈਕਲੌਗ ਹੈ ਇਹ ਕਾਫੀ ਜ਼ਿਆਦਾ ਹੋਇਆ ਜਿਹੜੀਆਂ ਕਿ ਲੀਗਲ ਕੈਟੇਗਰੀ ਜਿਵੇਂ F4 F3 ਕੈਟੇਗਰੀਜ਼ ਆ, ਉਹਦੇ ਬਾਰੇ ਉਹ ਕਹਿੰਦੇ ਆ ਵੀ ਅਸੀਂ ਉਪਰਾਲਾ ਕਰਨ ਜਾ ਰਹੇ ਹਾਂ, ਇਹਨੂੰ ਤੇਜ਼ ਕਰਨ ਵਾਸਤੇ। ਕੁਝ ਨਵੇਂ ਆਫਿਸਰਸ ਵਗੈਰਾ ਵੀ ਜਿਹੜੇ ਹੈਗੇ ਭੇਜੇ ਗਏ ਨੇ ਐਮਬੈਸੀਆਂ 'ਚ, ਖਾਸ ਕਰਕੇ ਮੁੰਬਈ ਐਮਬੈਸੀ 'ਚ। ਸੋ ਦੇਖਦੇ ਹਾਂ ਕਿੰਨੀ ਕੁ ਤੇਜ਼ੀ ਫੜਦਾ, ਪਰ ਅਜੇ ਕਾਫੀ ਜ਼ਿਆਦਾ ਜਿਹੜਾ ਹੈਗਾ ਸਲੋ ਆ। ਤੇ ਹੁਣ ਜਿਹੜੇ ਇਸ ਟਾਈਮ ਜਿਹੜੇ ਕੇਸਿਸ ਹੈਗੇ ਆ ਉਹ ਤਕਰੀਬਨ 399,000 ਕੇਸਿਸ ਅਜੇ ਬੈਕਲੌਗ ਦੇ ਵਿੱਚ ਪਏ ਆ, ਜਿਹੜੇ ਕਿ ਤੁਸੀਂ ਆਲਮੋਸਟ 4 ਲੱਖ ਕੇਸ ਦੇ ਨੇੜੇ ਤੇੜੇ ਜਿਹੜੇ ਕਿ ਡਿਲੇ ਚੱਲ ਰਹੀ ਆ ਅੱਡ-ਅੱਡ ਕੈਟੇਗਰੀਆਂ ਦੇ ਵਿੱਚ। ਤੇ ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਇਹ ਹੈਗੀ, ਕਿਉਂਕਿ ਇਲੈਕਸ਼ਨ ਹੋ ਰਹੀ ਹੈ ਅਮਰੀਕਾ ਦੇ ਵਿੱਚ। ਸੋ ਜਿਹੜੀਆਂ ਸਵਿੰਗ ਸਟੇਟਸ ਨੇ ਜਿੱਥੋਂ ਕਿ ਇਫੈਕਟ ਹੋਣਗੇ ਜਿਹੜੇ ਹੈਗੇ ਆ ਕਈ ਸੀਟਾਂ ਦਾ ਇੱਧਰ ਉੱਧਰ, ਉਹਨਾਂ 'ਤੇ ਇਮੀਗਰੈਂਟਸ ਦਾ ਕਾਫੀ ਵੱਡਾ ਜਿਹੜਾ ਹੈਗਾ ਰੋਲ ਆ। ਤੇ ਜਿਹੜੀ ਦੋਨੇ ਪਾਰਟੀਆਂ ਜਿਹੜੀਆਂ ਨੇ ਉਹ ਇਮੀਗ੍ਰੇਟਸ ਦੀਆਂ ਜਿਹੜੀਆਂ ਵੋਟਸ ਨੇ ਉਹਨੂੰ ਲੈਣ ਲਈ ਕੋਸ਼ਿਸ਼ ਕਰ ਰਹੀਆਂ ਨੇ। ਪਰ ਜਿਹੜਾ ਜ਼ਿਆਦਾ ਵਧੀਆ ਇਮੀਗ੍ਰੈਂਟਸ ਲਈ ਪਲੈਟਫਾਰਮ ਆ ਉਹ ਡੈਮੋਕ੍ਰੈਟਿਕ ਪਾਰਟੀ ਦਾ ਆ, ਕਿਉਂਕਿ ਉਹ ਚਾਹੁੰਦੇ ਆ ਵੀ ਜਿਹੜੇ ਬੰਦੇ ਇੱਥੇ ਕਾਫੀ ਦੇਰ ਤੋਂ ਅਨਡਾਕੂਮੈਂਟਡ ਰਹਿ ਰਹੇ ਉਹ ਪੱਕੇ ਕਰਨੇ, ਜਿਹੜੇ ਬੱਚੇ ਇੱਥੇ ਅਨਡਾਕੂਮੈਂਟ ਆਏ ਸੀ ਜਿਹੜੇ ਕਿ ਡਾਕਾ ਪ੍ਰੋਗਰਾਮ ਦੇ ਅੰਡਰ ਨੇ ਉਹ ਪੱਕੇ ਕਰਨੇ। ਸੋ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਪਲੈਟਫਾਰਮ ਹੈ ਉਹ ਜ਼ਿਆਦਾ ਵਧੀਆ ਪਲੈਟਫਾਰਮ ਹੈ। ਅਗਲੀ ਜਿਹੜੀ ਖਬਰ ਹੈਗੀ ਆ ਉਹ ਬਾਰਡਰ ਦੀ ਆ, ਕਿ ਜਿਹੜੀ ਬਾਰਡਰ ਦੀ ਸਿਚੁਏਸ਼ਨ ਕੀ ਆ। ਹੁਣ ਕਈ ਜਿਹੜੀਆਂ ਸਟੇਟਾਂ ਨੇ ਉੱਥੋਂ ਜਦੋਂ ਬੰਦੇ ਇੱਥੇ ਆਉਂਦੇ ਆ, ਖਾਸ ਕਰਕੇ ਮੈਕਸੀਕੋ ਤੋਂ, ਉਹਦੇ ਵਿੱਚ ਜਿਹੜੇ ਤਾਂ ਫੈਮਲੀਜ਼ ਦੇ ਨਾਲ ਆ ਰਹੇ ਆ, ਜਿਵੇਂ ਹਸਬੈਂਡ ਵਾਈਫ ਛੋਟੇ ਬੱਚੇ, ਉਹਨਾਂ ਨੂੰ ਤਾਂ ਐਂਟਰੀ ਮਿਲ ਰਹੀ ਆ। 2-3 ਫੈਮਲੀਆਂ ਦੇ ਕੇਸ ਇਸ ਵੀਕ ਮੇਰੇ ਕੋਲ ਆਏ ਆ, ਉਹਨਾਂ ਨੂੰ ਤਕਰੀਬਨ 1-2 ਦਿਨ ਦੇ ਵਿੱਚ ਛੱਡ ਦਿੰਦੇ ਆ। ਪਰ ਜਿਹੜੇ ਇਕੱਲੇ ਆਉਂਦੇ ਆ ਉਹਨਾਂ ਨੂੰ ਕੈਂਪਾਂ 'ਚ ਲੈ ਜਾਂਦੇ ਨੇ। ਜਿਨ੍ਹਾਂ ਨੂੰ ਕੈਂਪਾਂ 'ਚ ਲੈ ਜਾਂਦੇ ਉੱਥੇ ਕ੍ਰੈਡੀਬਲ ਫੀਅਰ ਦੇ ਬਿਆਨ ਹੁੰਦੇ, ਜੇ ਤਾਂ ਬਿਆਨ ਪਾਸ ਹੋ ਜਾਣ ਤਾਂ ਫਿਰ ਉਹ ਬੰਦਾ ਬੌਂਡ ਲਈ ਐਲੀਜੀਬਲ ਹੋ ਜਾਂਦਾ, ਉਹਦਾ ਬੌਂਡ ਜਾਂ ਆਈਸ ਕਰਦੀ ਹੈ ਜਾਂ ਕੋਰਟ ਕਰਦੀ ਆ। ਪਰ ਜਿਹੜੇ ਉਹਦੇ ਲਈ ਨਹੀਂ ਐਲੀਜੀਬਲ ਹੁੰਦੇ ਉਹਨਾਂ ਨੂੰ ਫਿਰ ਮਤਲਬ ਫੇਲ ਹੋ ਜਾਂਦੇ ਆ ਕ੍ਰੈਡੀਬਲ ਫੀਅਰ 'ਚ। ਉਹਨਾਂ ਦਾ ਇਮੀਗ੍ਰੇਸ਼ਨ ਜੱਜ ਅੱਗੇ ਇੱਕ ਹੁੰਦੀ ਆ ਹੀਅਰਿੰਗ, ਜੇ ਉੱਥੇ ਵੀ ਫੇਲ ਹੋ ਜਾਣ ਤਾਂ ਕੋਈ ਚਾਂਸ ਨਹੀਂ। ਅੱਜ ਸਾਡੇ ਇੱਕ ਕੇਸ ਦੀ ਇੱਦਾਂ ਹੀ ਇਮੀਗ੍ਰੇਸ਼ਨ ਜੱਜ ਅੱਗੇ ਹੀਅਰਿੰਗ ਸੀਗੀ, ਉਹ ਬੰਦੇ ਦੇ ਬਿਆਨ ਫੇਲ ਹੋ ਗਏ ਸੀ ਪਹਿਲਾਂ, ਤੇ ਉਹਦੇ ਬਿਆਨ ਜਦੋਂ ਅਸੀਂ ਉਹਦੀ ਤਿਆਰੀ ਕਰਾਈ, ਮਿਹਨਤ ਕੀਤੀ, ਡਾਕੂਮੈਂਟੇਸ਼ਨ ਲਾਈ, ਤਾਂ ਪਾਸ ਹੋ ਗਏ। ਸੋ ਜਦੋਂ ਪਾਸ ਹੋ ਗਏ ਤਾਂ ਫਿਰ ਜੱਜ ਸਾਹਿਬ ਨੇ ਕਿਹਾ ਵੀ ਠੀਕ ਆ, ਇਹ ਹੁਣ ਕ੍ਰੈਡੀਬਲ ਫੀਅਰ 'ਚੋਂ ਪਾਸ ਹੈ ਤੇ ਆਪਣਾ ਅਸਾਈਲਮ ਦੀ ਐਪਲੀਕੇਸ਼ਨ ਲਾ ਸਕਦਾ। ਤੇ ਹੁਣ ਉਹਦਾ ਅਗਲਾ ਸਟੈਪ ਹੋਊਗਾ ਅਸਾਈਲਮ ਲਾਉਣਾ, ਤਾਂ ਕਿ ਉਹਦਾ ਫਿਰ ਅਗਲਾ ਕੰਮ ਅੱਗੇ ਤੁਰ ਸਕੇ ਤੇ ਉਹਨੂੰ ਬੌਂਡ 'ਤੇ ਬਾਹਰ ਕਢਾਉਣਾ। ਪਰ ਜਿਹੜਾ ਮੇਨ ਇਹ ਹੈਗਾ ਕਿ ਬਿਆਨ ਜੇ ਹੋਣ ਤਾਂ ਪਾਸ ਹੋਣੇ ਜਿਹੜੇ ਆ ਉਹ ਬਹੁਤ ਜ਼ਰੂਰੀ ਆ। ਇਹ ਤੋਂ ਇਲਾਵਾ ਜਿਹੜੀ ਹੋਰ ਇੱਕ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਆ ਕਿ ਜਿਹੜੀਆਂ ਸਿਟੀਜ਼ਨਸ਼ਿਪ ਦੀਆਂ ਇੰਟਰਵਿਊਜ਼ ਨੇ ਹੁਣ ਤੇਜ਼ ਆਉਣ ਲੱਗ ਗਈਆਂ ਨੇ। ਜਿਵੇਂ ਅੱਗੇ ਸਾਲ ਦੀ 11 ਮਹੀਨੇ ਦੀ ਵੇਟ ਸੀ, ਹੁਣ ਜਿਹੜੇ ਬੰਦੇ ਸਿਟੀਜ਼ਨਸ਼ਿਪ ਅਪਲਾਈ ਕਰਦੇ ਆ ਉਹਨਾਂ ਦੀ ਜਿਹੜੀ ਹੈਗੀ ਆ ਵਾਰੀ ਉਹ ਤਕਰੀਬਨ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਰਹੀ ਹੈ, ਕਿੰਨੂੰ ਤਾਂ 4-4 ਮਹੀਨੇ 'ਚ ਡੇਟਾ ਆ ਰਹੀਆਂ ਨੇ। ਸੋ ਅੱਗੇ ਨਾਲੋਂ ਕਾਫੀ ਫਾਸਟ ਪ੍ਰੋਸੈਸਿੰਗ ਉਹ ਚੀਜ਼ ਦੀ ਹੋ ਗਈ ਹੈ। ਇਹ ਚੰਗੀ ਗੱਲ ਆ, ਕਿਉਂਕਿ ਪਹਿਲਾਂ ਲੋਕ ਬਹੁਤ ਦੇਰ 10-10 ਮਹੀਨੇ ਸਾਲ ਵੇਟ ਕਰਦੇ ਸੀ, ਪਰ ਹੁਣ ਜ਼ਿਆਦਾ ਜਿਹੜੇ ਅਸੀਂ ਅਪਲਾਈ ਕਰ ਰਹੇ ਹਾਂ ਉਹ 3 ਤੋਂ 6 ਮਹੀਨੇ ਦੇ ਵਿੱਚ ਉਹਨਾਂ ਦੀ ਜਿਹੜੀਆਂ ਡੇਟਾ ਹੈਗੀਆਂ ਉਹ ਆ ਰਹੀਆਂ ਨੇ। ਜਿਹੜੀ ਹੋਰ ਇੰਪੋਰਟੈਂਟ ਖਬਰ ਇੱਕ ਨਾਲ ਉਹ ਹੈਗੀ ਹੈ ਇਮੀਗ੍ਰੇਸ਼ਨ ਦੀਆਂ ਕੋਰਟਾਂ ਬਾਰੇ। ਸੋ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੋਰਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਬੰਦੇ ਹੁਣ ਆਉਂਦੇ ਹੈਗੇ ਆ ਬਾਰਡਰ ਕ੍ਰਾਸ ਕਰਕੇ, ਉਹਨਾਂ ਨੂੰ NTA ਇਸ਼ੂ ਕਰਦੇ ਆ ਜਾਂ ਉਹਨਾਂ ਦਾ ਕੇਸ ਕੋਰਟ 'ਚ ਭੇਜਦੇ ਆ। ਜਿਹੜਾ ਇਹਨਾਂ ਨੇ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਦਾ ਫੈਸਲਾ ਅਸੀਂ ਜਿਹੜਾ ਹੈਗਾ ਉਹ 120 ਦਿਨਾਂ ਦੇ ਵਿੱਚ ਕਰਾਂਗੇ, ਉਹ ਸਕੀਮ ਅਜੇ ਨਹੀਂ ਲਾਗੂ ਹੋਈ ਤੇ ਉਹਨਾਂ ਨੂੰ ਜਿਹੜੀਆਂ ਡੇਟਾਂ ਹੈਗੀਆਂ ਉਹ ਲੰਬੀਆਂ ਮਿਲ ਰਹੀਆਂ, ਅਗਲੇ ਸਾਲ ਦੀਆਂ ਡੇਟਾਂ ਮਿਲ ਰਹੀਆਂ ਨੇ। ਪਰ ਉਹਦੇ 'ਚ ਇਹ ਹੁੰਦਾ ਵੀ ਜੇ ਉਹ ਅਸਾਈਲਮ ਲਾ ਦਿੰਦੇ ਆ ਤਾਂ 6 ਮਹੀਨੇ ਬਾਅਦ ASAP ਦੀ ਮੈਂਬਰਸ਼ਿਪ ਲੈ ਕੇ ਉਹਨਾਂ ਨੂੰ ਵਰਕ ਪਰਮਿਟ ਮਿਲ ਸਕਦਾ। ਪਰ ਉਹ ਗੱਲ ਨਹੀਂ ਹੈਗੀ ਜਿਵੇਂ ਪਹਿਲਾਂ ਗੌਰਮੈਂਟ ਨੇ ਕਿਹਾ ਸੀ ਵੀ 120 ਦਿਨ ਦੇ ਅੰਦਰ ਜਾਂ 150 ਦਿਨ 'ਚ ਫੈਸਲਾ ਕਰਾਂਗੇ, ਉਹ ਡੇਟਾਂ ਪੈ ਰਹੀਆਂ ਨੇ। ਬਾਕੀ ਕੋਰਟਾਂ 'ਤੇ ਵੀ ਡਿਪੈਂਡ ਕਰਦਾ। ਸੈਨ ਫਰਾਂਸਿਸਕੋ ਕੋਰਟ ਜਿਹੜੀ ਹੈਗੀ ਲੰਬੀਆਂ ਡੇਟਾਂ ਦੇ ਰਹੀ ਆ, ਤੇ ਨਿਊਯਾਰਕ ਦੇ ਵਿੱਚ ਵੀ ਲੰਬੀਆਂ ਡੇਟਾਂ ਮਿਲ ਰਹੀਆਂ ਨੇ। ਪਰ ਕਈ ਸਟੇਟਾਂ ਦੇ ਵਿੱਚ ਜਿੱਥੇ ਕਿ ਜਿਹੜਾ ਕੋਰਟਾਂ ਕੋਲ ਕੇਸ ਲੋਡ ਘੱਟ ਆ, ਉੱਥੇ ਥੋੜ੍ਹੀਆਂ ਜਿਹੜੀਆਂ ਡੇਟਾਂ ਹੈਗੀਆਂ ਉਹ ਛੇਤੀ ਮਿਲਦੀਆਂ।
ਪਰ ਉਹ ਜਿਹੜਾ ਪ੍ਰੋਗਰਾਮ ਸੀ ਸਰਕਾਰ ਦਾ ਵੀ 120 ਦਿਨ ਜਾਂ 100 ਜਿਹੜਾ 50 ਦਿਨ ਦੇ ਵਿੱਚ ਕੇਸਾਂ ਦਾ ਫੈਸਲਾ ਕਰਨਾ, ਉਹ ਗੱਲ ਜਿਹੜੀ ਆ ਅਜੇ ਤੱਕ ਕੋਈ ਵੀ ਮਟੀਰੀਅਲਾਈਜ਼ ਨਹੀਂ ਹੋਈ। ਇਸ ਤੋਂ ਇਲਾਵਾ ਜਿਹੜੀ ਖਬਰ ਆ ਉਹ ਹੈਗੀ ਗ੍ਰੀਨ ਕਾਰਡ ਦੇ ਕੇਸਾਂ ਬਾਰੇ, ਕਿ ਜਿਹੜੇ ਹੁਣ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਨੇ, ਚਾਹੇ ਕਿਸੇ ਨੇ ਆਪਣੇ ਹਸਬੈਂਡ ਵਾਈਫ ਦਾ ਕੀਤਾ ਜਾਂ ਜਿਹੜੀਆਂ ਇਹ ਕੈਟੇਗਰੀਆਂ ਨੇ, ਖਾਸ ਕਰਕੇ ਸਪਾਊਜ਼ਲ ਕੇਸਿਸ, ਜਿਵੇਂ ਕੋਈ ਸਿਟੀਜ਼ਨ ਆਪਣੇ ਵਾਈਫ ਜਾਂ ਜਿਹੜਾ ਹਸਬੈਂਡ ਦਾ ਕਰਦਾ ਜਾਂ ਗ੍ਰੀਨ ਕਾਰਡ ਆ, ਉਹਨਾਂ 'ਚ ਥੋੜ੍ਹੀ ਤੇਜ਼ੀ ਆਈ ਆ। ਅੱਗੇ ਨਾਲੋਂ ਉਨੀ ਤਾਂ ਨਹੀਂ ਹੈਗੀ ਜਿੰਨੀ ਕੁ ਹੋਣੀ ਚਾਹੀਦੀ ਆ, ਪਰ ਅੱਗੇ ਨਾਲੋਂ ਤੇਜ਼ੀ ਹੈਗੀ ਆ। ਅਤੇ ਹੁਣ ਜਿਹੜੀਆਂ ਡੇਟਾ ਹੈਗੀਆਂ ਥੋੜ੍ਹੀਆਂ ਫਾਸਟ ਆ ਰਹੀਆਂ ਨੇ, ਇੰਟਰਵਿਊਜ਼ ਵੀ ਜਿਹੜੀਆਂ ਹੈਗੀਆਂ ਉਹ ਹੋ ਰਹੀਆਂ। ਸੋ ਇਹ ਵੀ ਇੱਕ ਜਿਹੜੀ ਹੈਗੀ ਚੰਗੀ ਗੱਲ ਆ ਵੀ ਥੋੜ੍ਹਾ ਜਿਹਾ ਉਹ ਕੈਟੇਗਰੀਆਂ ਜਿਹੜੀਆਂ ਉਹ ਤੁਰੀਆਂ ਨੇ। ਪਰ ਜਿਹੜੀਆਂ ਆਹ ਕੈਟੇਗਰੀਆਂ ਨੇ F4 ਜਾਂ F3, ਜਿਹੜੀਆਂ ਫੈਮਿਲੀ ਵੀਜ਼ੇ ਦੇ, ਜਿਵੇਂ ਭਰਾ ਭੈਣ ਦੀਆਂ ਜਾਂ ਮਾਂ ਬਾਪ ਨੇ ਬੱਚਿਆਂ ਦਾ ਕੀਤਾ ਮੈਰਿਟ ਦੀਆਂ, ਇਹਨਾਂ ਕੈਟੇਗਰੀਆਂ 'ਤੇ ਅਜੇ ਵੀ ਜਿਹੜਾ ਉਹ ਬਹੁਤ ਸਲੋ ਆ। ਹੁਣ ਦੇਖਣ ਵਾਲੀ ਗੱਲ ਹੈ ਕਿ ਨਵੰਬਰ ਦੇ ਵਿੱਚ ਕਿੰਨੀ ਕੁ ਤੇਜ਼ੀ ਫੜੀ ਜਾਂਦੀ ਹੈ, ਕਿੰਨੀ ਕੁ ਜ਼ਿਆਦਾ ਫਾਸਟ ਹੁੰਦਾ, ਇਹਦੇ ਬਾਰੇ ਤਾਂ ਹੁਣ ਜਿਹੜਾ ਹੈਗਾ ਉਹ ਸਮਾਂ ਹੀ ਦੱਸੇਗਾ। ਇਸ ਵੀਕ ਜਿਹੜੇ ਅਸੈਲਮ ਦੇ ਕੇਸ ਪਾਸ ਹੋਏ ਆ, ਆਪਣੇ ਆਫਿਸ ਦੇ 2 ਕੇਸ ਪਾਸ ਹੋਏ ਆ ਕੈਲੀਫੋਰਨੀਆ ਦੇ ਵਿੱਚ, ਅਤੇ 3 ਕੇਸ ਪਾਸ ਹੋਏ ਆ ਆਪਣੇ ਨਿਊਯਾਰਕ ਦੇ ਵਿੱਚ। ਸੋ 5 ਕੇਸ ਟੋਟਲ ਆਪਣੇ ਆਫਿਸ ਦੇ ਪਾਸ ਹੋਏ ਆ। ਅਤੇ ਉਹਨਾਂ ਦੇ ਵਿੱਚ ਜ਼ਿਆਦਾ ਇਸ਼ੂ ਜਿਹੜੇ ਨੇ ਉਹ ਤਾਂ ਹੁੰਦਾ ਹੀ ਹੈ ਕ੍ਰੈਡੀਬਿਲਿਟੀ ਦਾ, ਕਿ ਜੋ ਇਹ ਕਹਿ ਰਿਹਾ ਉਹ 'ਚ ਕਿੰਨਾ ਕ੍ਰੈਡੀਬਲ ਆ, ਕੀ ਡਾਕੂਮੈਂਟੇਸ਼ਨ ਹੈ, ਕਿੰਨਾ ਕੁ ਸੱਚਾ ਆ। ਪਰ ਨਾਲ ਰੀਲੋਕੇਸ਼ਨ ਦਾ ਇਸ਼ੂ ਵੀ ਹੈਗਾ, ਕਿਉਂਕਿ ਰੀਲੋਕੇਸ਼ਨ ਦੇ ਇਸ਼ੂ ਦੇ ਉੱਤੇ ਵੀ ਜਿਹੜੇ ਜੱਜ ਨੇ ਉਹ ਕਾਫੀ ਕੁਐਸਚਨ ਪੁੱਛਦੇ ਆ, ਅਤੇ ਉਹਦੇ ਬਾਰੇ ਉਹ ਕਹਿੰਦੇ ਨੇ ਵੀ ਦੱਸੋ ਵੀ ਇਹ ਰੀਲੋਕੇਟ ਕਿਉਂ ਨਹੀਂ ਕਰ ਸਕਦਾ। ਸੋ ਉਹਦੇ ਬਾਰੇ ਅਸੀਂ ਫਿਰ ਬਰੀਫਸ ਵਗੈਰਾ ਜਮ੍ਹਾਂ ਕਰਾਈਆਂ ਸੀ, ਉਹਦੇ ਕਰਕੇ ਕੇਸ ਜਿਹੜੇ ਆ ਉਹ ਪਾਸ ਹੋਏ ਆ। ਅਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਅਤੇ ਇਹਦੇ 'ਚ ਆਪਾਂ ਪਹਿਲਾ ਸਵਾਲ ਲੈਂਦੇ ਹਾਂ ਜੀ, ਕਿ ਜਿਹੜਾ ਸਾਰਿਆਂ ਤੋਂ ਪਹਿਲਾ ਸਵਾਲ ਆ ਉਹ ਇਹ ਕਹਿ ਰਹੇ ਆ ਕਿ ਜੀ ਜਿਹੜੀਆਂ F4 ਦੀ ਜਿਹੜੀਆਂ ਵੀਜ਼ੇ ਦੀਆਂ ਡੇਟਾਂ ਨੇ, ਇਹਨਾਂ ਨੂੰ ਤੁਸੀਂ ਬਹੁਤ ਸਲੋ ਹੈ, ਕਦੋਂ ਤੇਜ਼ ਹੋਣਗੀਆਂ। ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਜੀ, ਟਾਈਮ ਲੱਗੂਗਾ, ਕਿਉਂਕਿ ਇਹਨਾਂ 'ਤੇ ਅੱਜ ਕੱਲ੍ਹ ਜਿਹੜੀ ਹੈਗੀ ਆ ਉਹ ਸਰਕਾਰ ਕਹਿ ਰਹੀ ਆ ਵੀ ਅਸੀਂ ਹੋਰ ਬੰਦੇ ਹਾਇਰ ਕਰਾਂਗੇ ਅਤੇ ਜਿਹੜੀ ਡਿਲੇ ਆ ਉਹਨੂੰ ਖ਼ਤਮ ਕਰਾਂਗੇ, ਪਰ ਇਹ ਪਤਾ ਨਹੀਂ ਕਿੰਨਾ ਕੁ ਸੱਚ ਹੈ, ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਨੇ ਕਿ ਮੇਰੇ ਕੋਲ 10 ਸਾਲ ਦਾ B1 B2 ਵੀਜ਼ਾ ਹੈਗਾ ਅਪ੍ਰੈਲ 2023 ਤੱਕ। ਮੈਂ ਅਮਰੀਕਾ ਦੇ ਵਿੱਚ ਆਇਆ ਸੀ 2013 'ਚ, ਅਤੇ ਮੇਰੇ ਭਰਾ ਨੇ ਮੇਰਾ F4 ਅਪਲਾਈ ਕੀਤਾ, ਅਤੇ ਮੈਂ ਹੁਣ ਹੋਰ ਵੀਜ਼ਾ ਲੈ ਸਕਦਾ ਕਿ ਨਹੀਂ। ਇਹ ਜਿਹੜੀ ਐਕਸਟੈਂਸ਼ਨ ਹੈਗੀ ਆ ਇਹ ਹੋ ਸਕਦਾ ਤੁਹਾਨੂੰ ਨਾ ਮਿਲੇ, ਤੁਸੀਂ ਟਰਾਈ ਕਰ ਸਕਦੇ ਹੋ, ਕਿਉਂਕਿ ਤੁਸੀਂ ਟਾਈਮ 'ਤੇ ਵਾਪਸ ਗਏ ਹੋ, ਮਿਲ ਵੀ ਸਕਦੀ ਆ। ਪਰ ਕਿਉਂਕਿ ਤੁਹਾਡੇ ਬ੍ਰਦਰ ਨੇ ਅਪਲਾਈ ਕੀਤਾ, ਉਹਦੇ ਵਿੱਚ ਉਹ ਇਹ ਕਹਿ ਸਕਦੇ ਨੇ ਕਿ ਇਹ ਜਿਹੜੀ ਕੈਟੇਗਰੀ ਹੈਗੀ ਆ ਇਹਦੇ ਵਿੱਚ ਤੁਸੀਂ ਐਲੀਜੀਬਲ ਨਹੀਂ ਹੈਗੇ, ਕਿਉਂਕਿ ਤੁਹਾਡੀ ਇੰਟੈਂਸ਼ਨ ਇਮੀਗ੍ਰੇਟ ਕਰਨ ਦੀ ਆ। ਸੋ ਜਿਹੜੀ ਵਿਜ਼ਟਰ ਵੀਜ਼ੇ ਦੀ ਕੈਟੇਗਰੀ ਆ ਉਹਦੀ ਸ਼ਰਤ ਹੀ ਇਹ ਹੁੰਦੀ ਵੀ ਬੰਦਾ ਵਾਪਸ ਆਊਗਾ। ਸੋ ਸਾਨੂੰ ਨਹੀਂ ਯਕੀਨ ਵੀ ਤੁਸੀਂ ਵਾਪਸ ਆਓਗੇ ਕਿ ਨਹੀਂ, ਇਸ ਕਰਕੇ ਉਹ ਨਾ ਵੀ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਨੇ ਕਿ ਜੇ ਅਸੀਂ ਪ੍ਰੋਪਰਟੀ ਬਾਏ ਕਰੀਏ ਅਮਰੀਕਾ 'ਚ ਸਾਨੂੰ ਗ੍ਰੀਨ ਕਾਰਡ ਮਿਲ ਸਕਦਾ। ਇੱਦਾਂ ਪ੍ਰੋਪਰਟੀ ਬਾਏ ਕਰਨਾ ਨਹੀਂ ਜੀ ਮਿਲਦਾ, ਉਹ 'ਚ ਇੱਕ EB-5 ਪ੍ਰੋਗਰਾਮ ਹੈ, ਉਹਦੇ ਅੰਡਰ ਅਨਰੋਲ ਕਰਨਾ ਪੈਂਦਾ। ਸੋ ਉਹਦੇ ਵਿੱਚ ਤੁਸੀਂ ਸਰਟਨ ਅਮਾਊਂਟ ਜਿਹੜੀ ਆ ਉਹ ਇਨਵੈਸਟ ਕਰਨੀ ਆ। ਉਹਦੇ 'ਚ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ ਜਿਹੜੇ ਹੈਗੇ ਰੀਜਨਲ ਸੈਂਟਰ ਉਹਨਾਂ ਦੇ ਰਾਹੀਂ ਵੀ ਹੁੰਦੀ ਹੈ, ਡਾਇਰੈਕਟ ਵੀ ਆ, ਅਤੇ ਉਹਦੇ ਤੁਸੀਂ ਜੇ ਕੁਆਲੀਫਾਈ ਕਰਦੇ ਹੋ ਫੇਰ ਹੋ ਸਕਦਾ, ਅਦਰਵਾਈਜ਼ ਨਹੀਂ। ਅਗਲਾ ਸਵਾਲ ਹੈ ਜੀ ਕਿ ਸਾਡੀ F3 ਕੈਟੇਗਰੀ ਦੇ ਵਿੱਚ ਜਿਹੜੀ ਪਟੀਸ਼ਨ ਕੀਤੀ ਸੀਗੀ ਅਤੇ ਅਪਰੂਵਲ ਵੀ ਸਾਨੂੰ ਆ ਗਈ, ਪਰ ਜਿਹੜਾ ਰੈਕਡ ਹੈਗਾ ਉਹਦੇ ਉੱਤੇ ਨਾਂ ਦੀ ਗਲਤੀ ਆ। ਅਤੇ ਉਹਦੇ 'ਚ ਅਸੀਂ ਕੀ ਕਰ ਸਕਦੇ ਹਾਂ, ਅਤੇ ਅਸੀਂ ਨਾਂ ਉਹਨੂੰ ਕਿਵੇਂ ਚੇਂਜ ਕਰਾਈਏ। ਨਾਂ ਤੁਸੀਂ ਚੇਂਜ ਕਰਾ ਸਕਦੇ ਹੋ ਜੀ, ਤੁਸੀਂ NVC ਨਾਲ ਕੰਟੈਕਟ ਕਰੋ ਅਤੇ ਇਮੀਗ੍ਰੇਸ਼ਨ ਨਾਲ ਵੀ ਕਰੋ, ਅਤੇ ਉਹਦੇ ਤੁਸੀਂ ਆਪਣਾ ਜੋ ਵੀ ਉਹਨਾਂ ਦਾ ਨਾਂ ਉਹਦੇ ਪ੍ਰੂਫ ਭੇਜ ਕੇ ਵੀ ਆਹ ਸਹੀ ਨਾਂ ਹੈਗਾ ਉਹ ਚੇਂਜ ਹੋ ਜਾਏਗਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਅਮਰੀਕਾ ਦੇ ਵਿੱਚ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਨੂੰ ਛੱਡ ਕੇ ਕੋਈ ਨਵੀਂ ਧਿਰ ਖੜੀ ਹੋਣੀ ਚਾਹੀਦੀ ਆ, ਜਿਹੜੀ ਕਿ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਹੋਵੇ ਅਤੇ ਕੁਛ ਕਰੇ। ਨਵੀਆਂ ਧਿਰਾਂ ਬਣਨੀਆਂ ਔਖੀਆਂ ਜੀ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਬੜਾ ਸਿਸਟਮ ਇਸਟੈਬਲਿਸ਼ਡ ਹੁੰਦਾ, ਪਰ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚੋਂ ਜੇ ਆਪਾਂ ਕੰਪੇਅਰ ਕਰੀਏ ਤਾਂ ਡੈਮੋਕ੍ਰੈਟਿਕ ਪਾਰਟੀ ਜਿਹੜੀ ਆ ਉਹ ਇਮੀਗ੍ਰੈਂਟਸ ਲਈ ਜ਼ਿਆਦਾ ਕਰਦੀ ਆ। ਉਹਨਾਂ ਨੇ ਬਿੱਲ ਵੀ ਜਿਹੜੇ ਹੈਗੇ ਪਾਸ ਕਰਕੇ ਭੇਜੇ ਹੋਏ ਆ ਸੈਨੇਟ 'ਚ, ਪਰ ਉੱਥੇ ਜਿਹੜੇ ਰਿਪਬਲਿਕਨ ਪਾਰਟੀ ਦੇ ਲੀਡਰ ਨੇ ਉਹ ਨਹੀਂ ਜੁਆਇਨ ਕਰ ਰਹੇ। ਉਹਨਾਂ ਦੀ ਇੱਕੋ ਹੀ ਗੱਲ ਹੁੰਦੀ ਆ ਵੀ ਜੀ ਬਾਰਡਰ ਬੰਦ ਕਰੋ, ਬਾਰਡਰ ਸੀਲ ਕਰੋ, ਬਾਰਡਰ ਸੀਲ ਕਰੋ, ਅਤੇ ਤਾਂ ਅਸੀਂ ਕੁਝ ਕਰਾਂਗੇ। ਉਹ 15-20 ਸਾਲ ਤੋਂ ਇਹੀ ਕਹਿੰਦੇ ਆ ਰਹੇ ਆ। ਇੱਥੇ ਕਈ ਪ੍ਰੈਜ਼ੀਡੈਂਟ ਚਲੇ ਗਏ, ਪਰ ਕੋਈ ਰਿਫਾਰਮ ਨਹੀਂ ਹੋ ਸਕਿਆ, ਕਿਉਂਕਿ ਸਹਿਮਤੀ ਨਹੀਂ ਬਣੀ, ਅਤੇ ਉਹ ਸਹਿਮਤੀ ਨਾ ਬਣਨ ਲਈ ਜ਼ਿੰਮੇਵਾਰ ਜਿਹੜੇ ਨੇ ਉਹ ਜ਼ਿਆਦਾ ਰਿਪਬਲਿਕਨ ਪਾਰਟੀ ਦੇ ਲੀਡਰ ਨੇ। ਉਹ ਇਮੀਗ੍ਰੇਸ਼ਨ ਦੇ ਮਾਮਲਿਆਂ 'ਤੇ ਸਹਿਮਤ ਨਹੀਂ ਹੁੰਦੇ, ਜਿਹਦੇ ਕਰਕੇ ਕਿ ਇਹ ਸਾਰਾ ਜਿਹੜਾ ਮਸਲਾ ਹੈਗਾ ਉਹ ਖੜਾ ਹੁੰਦਾ। ਬਾਕੀ ਤੀਜੀ ਧਿਰ ਜਿਹੜੀ ਆ ਉਹ ਖੜੀ ਹੋਣੀ ਇਹਨਾਂ ਮੁਲਕਾਂ ਦੇ ਵਿੱਚ ਕਾਫੀ ਮੁਸ਼ਕਿਲ ਆ। ਅਗਲਾ ਸਵਾਲ ਹੈ ਜੀ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਮੇਰੀ ਵਾਈਫ ਦਾ ਕੇਸ ਡਾਕੂਮੈਂਟਰੀ ਕੁਆਲੀਫਾਈ ਹੋ ਗਿਆ 31 ਅਗਸਤ ਨੂੰ, ਅਤੇ ਹੁਣ
ਉਹ ਆਪਣੇ ਪੇਰੈਂਟਸ ਦੇ ਨਾਲ ਰਹਿੰਦੀ ਹੈ, ਮੇਰਾ ਨਾਲ ਲਿਖਾਉਣਾ ਜ਼ਰੂਰੀ ਆ ਕਿ ਨਹੀਂ ਪਾਸਪੋਰਟ 'ਤੇ। ਇਹ ਲਿਖਾ ਲਓ ਤਾਂ ਬੈਟਰ ਆ, ਪਰ ਕੋਈ ਇਹੋ ਜਿਹੀ ਰਿਕੁਆਇਰਮੈਂਟ ਨਹੀਂ ਹੈਗੀ ਅਮਰੀਕਾ ਦੇ ਵਿੱਚ ਵੀ ਤੁਹਾਡਾ ਨਾਂ ਉੱਥੇ ਜ਼ਰੂਰੀ ਹੋਣਾ ਚਾਹੀਦਾ। ਪਰ ਜੇ ਤੁਸੀਂ ਲਿਖਾ ਲਓ ਤਾਂ ਉਹਦੇ 'ਚ ਚਲੋ ਉਹਦਾ ਕੋਈ ਹਰਜ ਨਹੀਂ, ਲੇਕਿਨ ਇਹਨੂੰ ਹੁਣ ਟਾਈਮ ਲੱਗੂਗਾ। ਕੋਈ ਗ੍ਰੀਨ ਕਾਰਡ ਹੋਲਡਰ ਦੀ ਭਾਵੇਂ ਕੈਟੇਗਰੀ ਤਾਂ ਜਿਹੜੀ ਕਰੰਟ ਆ, ਪਰ ਫਿਰ ਵੀ ਕਾਫੀ ਟਾਈਮ ਲੱਗ ਰਿਹਾ ਇਸ ਕੈਟੇਗਰੀ ਦੇ ਵਿੱਚ। ਇਹ ਕਹਿ ਰਹੇ ਜੀ ਕਿ ਮੈਂ ਅਸਾਈਲਮ ਅਪਲਾਈ ਕਰਨਾ ਚਾਹੁੰਦਾ ਅਮਰੀਕਾ ਦੇ ਵਿੱਚ, ਅਤੇ ਮੈਂ ਕੈਨੇਡਾ ਦੇ ਵਿੱਚ ਹੈਗਾ ਅਤੇ ਮੇਰੇ ਕੋਲ ਵੀਜ਼ਾ ਮੈਂ ਕਰ ਸਕਦਾ। ਦੇਖੋ, ਅਸਾਈਲਮ ਅਪਲਾਈ ਕਰਨ ਲਈ ਅਮਰੀਕਾ ਆਉਣਾ ਪੈਂਦਾ। ਜੇ ਤੁਸੀਂ ਅਮਰੀਕਾ 'ਚ ਐਂਟਰ ਕਰੋਗੇ ਫੇਰ ਹੀ ਅਪਲਾਈ ਕਰ ਸਕਦੇ ਹੋ, ਕੈਨੇਡਾ 'ਚ ਬੈਠੇ ਨਹੀਂ ਕਰ ਸਕਦੇ। ਦੂਜੀ ਗੱਲ ਇਹ ਆ ਕਿ ਅਸਾਈਲਮ ਕੋਈ ਵੀ ਕਰ ਸਕਦਾ ਅਪਲਾਈ, ਪਰ ਉਹਦੇ 'ਚ ਲਾ ਇਹ ਹੈਗਾ ਕਿ ਜਿਹੜੇ ਅਸਾਈਲਮ ਦੇ 5 ਗਰਾਊਂਡ ਆ, ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਡਾ ਕੇਸ ਹੋਣਾ ਚਾਹੀਦਾ। ਜਿਹੜੇ ਉਹ 5 ਗਰਾਊਂਡ ਨੇ, ਜਿਵੇਂ ਉਹਨਾਂ 'ਚ ਰਿਲੀਜਨ ਹੈਗਾ, ਰੇਸ ਹੈ, ਪੋਲੀਟੀਕਲ ਓਪੀਨੀਅਨ ਹੈ, ਮੈਂਬਰਸ਼ਿਪ ਇਨ ਅ ਪਰਟੀਕੂਲਰ ਸੋਸ਼ਲ ਗਰੁੱਪ ਹੈ, ਨੈਸ਼ਨੈਲਿਟੀ ਆ। ਇਹਨਾਂ ਦੇ ਵਿੱਚ ਜੇ ਤੁਹਾਡਾ ਕਲੇਮ ਇਹਨਾਂ 'ਚ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਫਿਰ ਤੁਸੀਂ ਕਰ ਸਕਦੇ ਹੋ। ਜੇ ਇਹਨਾਂ 'ਚ ਨਹੀਂ ਹੈਗੀ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਉਹ ਇਹਦੇ ਵਿੱਚ ਮੁਸ਼ਕਲ ਹੋਏਗੀ, ਕਿਉਂਕਿ ਅਸਾਈਲਮ ਦਾ ਕੇਸ ਐਵੇਂ ਨਹੀਂ ਕੀਤਾ ਜਾਂਦਾ। ਜੇ ਤੁਹਾਡਾ ਕੇਸ ਸੱਚਾ ਆ, ਤੁਹਾਨੂੰ ਪਰਸੀਕਿਊਸ਼ਨ ਹੋਈ ਹੈ ਇਹਨਾਂ ਗਰਾਊਂਡਸ 'ਤੇ ਹੋਈ ਆ, ਫਿਰ ਤੁਸੀਂ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਵਰਕ ਪਰਮਿਟ ਬਾਰੇ ਦੱਸੋ। ਦੇਖੋ, ਵਰਕ ਪਰਮਿਟ ਜਿਹੜਾ ਆ, ਜਿਵੇਂ ਕਿਸੇ ਨੇ ਪੋਲੀਟੀਕਲ ਅਸਾਈਲਮ ਦਾ ਜੇ ਕੇਸ ਅਪਲਾਈ ਕੀਤਾ, ਉਹਨੇ ਲੈਣਾ ਆ, ਤਾਂ ਜਦੋਂ 180 ਦਿਨ ਹੋ ਜਾਂਦੇ ਨੇ ਉਸ ਤੋਂ ਬਾਅਦ ਅਪਲਾਈ ਕਰ ਸਕਦਾ। ASAP ਦੀ ਮੈਂਬਰਸ਼ਿਪ ਲੈਣੀ ਪੈਂਦੀ, ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਜਿਹਨੇ ਕਿ ਜਦੋਂ ਜਿਹੜਾ ਸੀ ਪ੍ਰੈਜ਼ੀਡੈਂਟ ਪਿਛਲਾ ਸੀਗਾ ਟਰੰਪ, ਉਹਨੇ ਇਹ ਬਣਾਤਾ ਸੀ ਕਿ ਸਾਲ ਬਾਅਦ ਮਿਲੂਗਾ ਵਰਕ ਪਰਮਿਟ। ਇਹਨਾਂ ਨੇ ਕੇਸ ਕੀਤਾ ਅਤੇ ਉਹ ਕੇਸ ਕਰਕੇ ਅਤੇ ਜਿਹੜੇ ਇਹਨਾਂ ਦੇ ਮੈਂਬਰ ਨੇ ਉਹਨਾਂ ਨੂੰ ਕੋਰਟ ਨੇ ਸਟੇ ਦਿੱਤੀ ਸੀ ਵੀ 6 ਮਹੀਨੇ ਬਾਅਦ ਉਹ ਕਰ ਸਕਦੇ ਆ, ਤਾਂ ਕਰਕੇ ਇਹਦੀ ਮੈਂਬਰਸ਼ਿਪ ਲੈਣੀ ਜ਼ਰੂਰੀ ਹੁੰਦੀ ਆ। ਸੋ ASAP ਦੀ ਮੈਂਬਰਸ਼ਿਪ ਲੈ ਕੇ ਤੁਸੀਂ ਕਰ ਸਕਦੇ ਹੋ। ਇਹ ਤਾਂ ਪਹਿਲਾ ਵਰਕ ਪਰਮਿਟ ਆ। ਜਿਹੜਾ ਹੁੰਦਾ ਰਿਨੂਅਲ, ਵੀ ਕਿਸੇ ਨੂੰ ਮਿਲਿਆ ਆਲਰੇਡੀ ਰਿਨਿਊ ਕਰਾਉਣਾ, ਉਹ ਜੋ ਤੁਸੀਂ ਕਰਦੇ ਹੋ ਤਾਂ ਉਹ ਤੁਸੀਂ ਐਕਸਪਾਇਰ ਹੋਣ ਤੋਂ ਤਕਰੀਬਨ 6 ਮਹੀਨੇ ਪਹਿਲਾਂ ਕਰ ਸਕਦੇ ਹੋ। ਉਹਨੂੰ ਅੱਜ ਕੱਲ੍ਹ 1.5 ਸਾਲ ਤੋਂ ਉੱਤੇ ਦਾ ਟਾਈਮ ਲੱਗ ਰਿਹਾ, ਪਰ ਜਿਹੜਾ ਲੈਟਰ ਆਉਂਦਾ ਉਹ ਤੇ 1.5 ਸਾਲ ਦੀ ਐਕਸਟੈਂਸ਼ਨ ਲਿਖੀ ਹੁੰਦੀ ਆ। ਪਰ ਜਿਹੜਾ ਇਨੀਸ਼ੀਅਲ ਵਰਕ ਪਰਮਿਟ ਆ ਉਹ ਜਲਦੀ ਆ ਜਾਂਦਾ, ਉਹ ਤਕਰੀਬਨ 1.5-2 ਮਹੀਨੇ ਦੇ ਵਿੱਚ ਆ ਰਿਹਾ। ਅਗਲਾ ਸਵਾਲ ਹੈ ਜੀ ਕਿ ਇੱਕ ਲੇਡੀ ਸਟਾਫ ਨਰਸ ਹੈ ਇੰਡੀਆ ਦੇ ਵਿੱਚ, ਇੱਥੇ ਆਉਣਾ ਚਾਹੁੰਦੀ ਹੈ, ਕਿਹੜੀ ਬੇਸ 'ਤੇ? ਉਹ NCLEX ਐਗਜ਼ਾਮ ਹੁੰਦਾ ਜੀ, ਉਹ ਪਾਸ ਕਰਨਾ ਪੈਂਦਾ। ਸੋ ਜੇ NCLEX ਪਾਸ ਕਰੋਗੇ, ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਜਿਹੜੇ ਕੋਈ ਡਾਕਟਰ ਨੇ, ਹਸਪੀਟਲ ਨੇ, ਜਾਂ ਕੋਈ ਨਰਸਿੰਗ ਜਿਹੜੇ ਹੈਗੇ ਆ ਸੈਂਟਰ ਨੇ, ਜਾਂ ਇਹੋ ਜਿਹੀਆਂ ਏਜੰਸੀਆਂ ਨੇ ਜਿਹੜੀਆਂ ਕਿ ਨਰਸਿਸ ਪ੍ਰੋਵਾਈਡ ਕਰਦੀਆਂ ਹਸਪੀਟਲਾਂ ਨੂੰ, ਡਾਕਟਰਾਂ ਨੂੰ, ਉਹਨਾਂ ਦੇ ਵੱਲੋਂ ਜੇ ਸਪਾਂਸਰਸ਼ਿਪ ਹੋਵੇ ਫਿਰ ਤੁਸੀਂ ਇੱਥੇ ਆ ਸਕੋਗੇ। ਅਗਲਾ ਸਵਾਲ ਹੈ ਜੀ, F4 ਕੈਟੇਗਰੀ ਹੈਗੀ ਆ, ਅਕਤੂਬਰ 2005 ਦਾ ਕੇਸ ਆ, ਡਾਕੂਮੈਂਟਰੀ ਕੁਆਲੀਫਾਈ 2021 'ਚ ਹੋ ਗਿਆ ਸੀ, ਕਿੰਨਾ ਟਾਈਮ ਲੱਗੂਗਾ? ਅਜੇ ਸਪਟੈਂਬਰ ਚੱਲ ਰਿਹਾ ਜੀ, ਪਰ ਮੇਰੀ ਜਾਣਕਾਰੀ ਹੈ ਜਦੋਂ ਪਿੱਛੇ ਚੱਲ ਰਹੇ ਆ, ਮਈ, ਜੂਨ ਜਾਂ ਜੁਲਾਈ ਦੇ ਕੇਸਾਂ ਦੀ ਪ੍ਰੋਸੈਸਿੰਗ ਹੋ ਰਹੀ ਹੈ, ਉਹ ਤੁਹਾਡੇ ਤੱਕ ਪਹੁੰਚਣਗੇ, ਉਦੋਂ ਵਾਰੀ ਆਏਗੀ। ਸੋ ਇਹ ਹੁਣ ਪੱਕਾ ਨਹੀਂ ਸ਼ੋਰ ਵੀ ਇਹ ਮਤਲਬ ਕਿੰਨਾ ਟਾਈਮ ਲੱਗੂਗਾ ਹੋਰ। ਅਗਲਾ ਸਵਾਲ ਹੈ ਜੀ ਕਿ ਅਸੀਂ ਆਪਣੇ ਡੈਡੀ ਅਤੇ ਮੰਮੀ ਦਾ 14 ਜੂਨ 20 ਨੂੰ ਅਪਲਾਈ ਕੀਤਾ ਸੀਗਾ, ਅਤੇ ਸਾਰਾ ਪੇਪਰ ਵਰਕ ਉਹਨਾਂ 'ਚੋਂ ਇੱਕ ਦਾ ਡਨ ਹੋ ਗਿਆ, ਪਰ ਦੂਜੇ ਦਾ ਨਹੀਂ ਹੋਇਆ, ਟਾਈਮ ਲੱਗ ਰਿਹਾ। ਟਾਈਮ ਲੱਗੂਗਾ, ਕਾਫੀ ਡਿਲੇ ਸੀ ਪਿੱਛੇ। ਬੈਕਲੌਗ ਮੈਂ ਦੱਸ ਕੇ ਹਟਿਆ ਤੁਹਾਨੂੰ ਵੀ ਸਰਕਾਰੀ ਅੰਕੜੇ ਨੇ ਕਿ ਤਕਰੀਬਨ 4 ਲੱਖ ਕੇਸਾਂ ਦਾ ਬੈਕਲੌਗ ਹੈ। 399,000 ਕੇਸਿਸ ਆਰ ਇਨ ਬੈਕਲੌਗ। ਉਹਦੇ ਕਰਕੇ ਜਿਹੜੇ ਉਹਨਾਂ 'ਚ ਸਾਰੇ ਹੀ ਨੇ ਕੇਸ ਰਲਵੇਂ ਮਿਲਵੇਂ, ਸੋ ਡਿਲੇ ਹੈ ਕਾਫੀ ਜ਼ਿਆਦਾ। ਸੋ ਅਜੇ ਹੋਰ ਸਕਦਾ 6 ਮਹੀਨੇ ਵੀ ਲੱਗ ਸਕਦੇ, ਸਾਲ ਵੀ ਲੱਗ ਸਕਦਾ, ਕੁਛ ਕਹਿ ਨਹੀਂ ਸਕਦੇ। ਅਗਲਾ ਸਵਾਲ ਹੈ ਜੀ ਕਿ ਜਿਹੜਾ ਤੁਹਾਡਾ ਜਿਹੜਾ ਆਫਿਸ ਨੇ ਉਹ ਕਿੱਥੇ ਕਿੱਥੇ ਨੇ, ਨਿਊਯਾਰਕ ਜਾਂ ਕੈਲੀਫੋਰਨੀਆ ਵਿੱਚ? ਸਾਡੇ ਆਫਿਸ ਦੋਨੇ ਜਗ੍ਹਾ ਜੀ। ਸਾਡਾ ਆਫਿਸ ਨਿਊਯਾਰਕ ਵੀ ਹੈਗਾ ਰਿਚਮੰਡ ਹਿੱਲ 'ਚ, ਅਤੇ ਨਿਊ ਜਰਸੀ ਵੀ ਹੈਗਾ। ਕੈਲੀਫੋਰਨੀਆ ਦੇ ਵਿੱਚ ਫਰੀਮੌਂਟ, ਸੈਕਰਾਮੈਂਟੋ ਤੇ ਫਰੀਮੌਂਟ, ਸੈਕਰਾਮੈਂਟੋ ਤੇ ਫ੍ਰਿਜ਼ਨੋ, ਤੇ ਸਾਡੇ ਆਫਿਸ ਨੇ। ਸੋ ਤੁਸੀਂ ਜਿਹੜਾ ਨਿਊਯਾਰਕ ਵਾਲਾ ਰਿਚਮੰਡ ਹਿੱਲ ਵਾਲਾ ਆਫਿਸ ਹੈਗਾ, ਉੱਥੇ ਸੰਪਰਕ ਕਰ ਸਕਦੇ ਹੋ। ਉਹਦਾ ਨੰਬਰ ਹੈ 7185338444। ਉਦੋਂ ਬਾਅਦ ਜਿਹੜਾ ਆਪਣਾ ਆਫਿਸ ਫਰੀਮੌਂਟ ਵਾਲਾ, ਉੱਥੇ ਕਰ ਸਕਦੇ ਹੋ 5106576444, ਉਹਦਾ ਨੰਬਰ ਆ। ਫ੍ਰਿਜ਼ਨੋ ਆਫਿਸ ਕਰ ਸਕਦੇ ਹੋ, ਅਤੇ ਸੈਕਰਾਮੈਂਟੋ ਆਫਿਸ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਅਸਾਈਲਮ ਦੀ ਅਰਲੀ ਡੇਟ ਲੈਣ ਦਾ ਕੀ ਤਰੀਕਾ? 8 ਸਾਲ ਹੋ ਗਏ, ਅਜੇ ਤੱਕ ਡੇਟ ਨਹੀਂ ਆਈ। ਇਹਦਾ ਇਸ ਤਰ੍ਹਾਂ ਜੀ ਵੀ ਤੁਸੀਂ ਅਸਾਈਲਮ ਆਫਿਸ ਜਾ ਸਕਦੇ ਹੋ ਅਪਾਇੰਟਮੈਂਟ ਬਣਾ ਕੇ, ਅਤੇ ਉੱਥੇ ਫਿਰ ਉਹ ਕਈ ਆਫਿਸ ਜਿਹੜੇ ਵਾਕ ਇਨ ਵੀ ਲੈ ਲੈਂਦੇ ਆ। ਉੱਥੇ ਫਿਰ ਤੁਹਾਡਾ ਉਹ ਜਿਹੜਾ ਫਾਰਮ ਭਰਾਉਂਦੇ ਆ ਕਿ ਵੀ ਸਾਨੂੰ ਡੇਟ ਪਹਿਲਾਂ ਦੇ ਦਿਓ, ਅਤੇ ਉਹਦੀ ਬੇਸ 'ਤੇ ਉਹ ਫਿਰ ਤੁਸੀਂ ਲਾਈਨ 'ਚ ਲੱਗ ਜਾਂਦੇ ਆ। ਜੇ ਇਹਨਾਂ ਕੋਲ ਕੋਈ ਡੇਟ ਅਵੇਲੇਬਲ ਹੈਗੀ ਤੁਹਾਨੂੰ ਦੇ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਸਾਡਾ F4 'ਚ ਅਪਲਾਈ ਕੀਤਾ ਸੀ ਕੇਸ, ਪਰ ਇੰਟਰਵਿਊ ਜਿਹੜੀ ਹੈਗੀ ਆ ਉਹ 2 ਜਿਹੜੀਆਂ ਫੈਮਲੀਆਂ ਹੈਗੀਆਂ, 2 ਭਰਾਵਾਂ ਦੀ ਆ ਗਈ ਆ, ਪਰ ਅਜੇ ਇੱਕ ਹੋਰ ਜਿਹੜੀ ਫੈਮਿਲੀ ਉਹਦੀ ਨਹੀਂ ਆਈ। ਕਿੰਨਾ ਟਾਈਮ ਲੱਗੂਗਾ? ਕਈ ਵਾਰੀ ਹੋ ਜਾਂਦਾ ਜੀ, ਜੇ ਇੱਕੋ ਟਾਈਮ 'ਤੇ ਅਪਲਾਈ ਕਰੋ, ਕਈ ਵਾਰ ਕਈ ਪਰਿਵਾਰਾਂ ਦੀ ਆ ਜਾਂਦੀ ਹੈ, ਕਈਆਂ ਦੀ ਨਹੀਂ ਆਉਂਦੀ, ਪਰ ਆਏਗੀ।
ਜੇ ਕੇਸ ਜਿਹੜਾ ਹੈਗਾ ਡਾਕੂਮੈਂਟਰੀ ਕੁਆਲੀਫਾਈਡ ਆ, ਸਾਰਾ ਕੁਝ ਗਿਆ, ਸਾਰਾ ਪੇਪਰ ਵਰਕ ਪੂਰਾ ਤਾਂ ਆਉਣੀ ਚਾਹੀਦੀ ਹੈ। ਅਗਲਾ ਸਵਾਲ ਹੈ ਜੀ ਕਿ ਮੇਰੀ ਵਾਈਫ ਗ੍ਰੀਨ ਕਾਰਡ ਹੋਲਡਰ ਆ ਅਤੇ ਉਹਦਾ ਜਿਹੜਾ ਗ੍ਰਾਂਟ ਹੋ ਗਿਆ ਉਹਨੂੰ ਗ੍ਰੀਨ ਕਾਰਡ, ਅਤੇ ਉਹ ਬੱਚਿਆਂ ਦੀ ਫਾਈਲ ਕਦੋਂ ਲਾ ਸਕਦੀ ਹੈ? ਜੇ ਗ੍ਰੀਨ ਕਾਰਡ ਆ ਗਿਆ ਬੱਚਿਆਂ ਦੀ ਫਾਈਲ ਲਾ ਸਕਦੇ ਆ, ਪਰ ਉਹਨੂੰ ਜਿਹੜੇ ਬੱਚੇ ਅਨਮੈਰਿਡ ਚਾਹੀਦੇ ਆ, ਜੇ ਅੰਡਰ 21 ਹੈ ਜਲਦੀ ਵਾਰੀ ਆ ਜੂਗੀ, ਜੇ ਓਵਰ 21 ਨੂੰ ਟਾਈਮ ਲੱਗੂਗਾ, ਪਰ ਗ੍ਰੀਨ ਕਾਰਡ ਆਉਣ ਤੋਂ ਬਾਅਦ ਜਦੋਂ ਮਰਜ਼ੀ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਵੀ ਬਾਰਡਰ 'ਤੇ ਕੀ ਪੁੱਛਦੇ ਆ? ਬਾਰਡਰ 'ਤੇ ਕੋਈ ਇੱਦਾਂ ਦੀ ਗੱਲ ਪੁੱਛਣ ਵਾਲੀ ਨਹੀਂ ਹੈਗੀ ਕਿ ਬਾਰਡਰ 'ਤੇ ਜਿਹੜਾ ਹੈਗਾ ਉਹ ਕੋਈ ਸਪੈਸੀਫਿਕ ਆ। ਜੇ ਤਾਂ ਉਹ ਪੂਰੀ ਇੰਟਰਵਿਊ ਲੈਣ ਫਿਰ ਉਹਦਾ ਕ੍ਰੈਡੀਬਲ ਫੀਅਰ ਦੇ ਵਿੱਚ ਸਾਰਾ ਕੁਝ ਹੀ ਪੁੱਛਦੇ ਆ ਵੀ ਕਿੱਥੋਂ ਆਏ, ਕਿਉਂ ਆਏ, ਕੀ ਪ੍ਰੋਬਲਮ ਆ। ਅਤੇ ਜੇ ਥੋੜ੍ਹਾ ਪੁੱਛਣ ਤਾਂ ਇਹਨਾਂ ਦਾ ਪੁੱਛਦਾ ਹੀ ਆ ਵੀ ਕਿੱਥੋਂ ਆਇਆ, ਕਿਹੜੀ ਕੰਟਰੀ ਤੋਂ ਆਇਆ, ਜਦੋਂ ਤੁਹਾਡੇ ਫਿੰਗਰਪ੍ਰਿੰਟ ਵਗੈਰਾ ਵੀ ਕਰਦੇ ਆ। ਇਹ ਹੁਣ ਡਿਪੈਂਡ ਉਹਨਾਂ 'ਤੇ ਕਰਦਾ, ਜੇ ਪੂਰੀ ਇੰਟਰਵਿਊ ਹੋਵੇ ਤਾਂ ਉਹ ਤਾਂ ਕਾਫੀ ਹਾਰਡ 2-3 ਘੰਟੇ ਦੀ ਇੰਟਰਵਿਊ ਹੁੰਦੀ ਹੈ। ਅਗਲਾ ਸਵਾਲ ਹੈ ਜੀ ਕਿ ਮੇਰੇ ਕੋਲ ਪੋਲੀਟੀਕਲ ਅਸਾਈਲਮ ਵਾਲਾ ਗ੍ਰੀਨ ਕਾਰਡ ਆ ਅਤੇ ਮੈਂ ਸਿਟੀਜ਼ਨਸ਼ਿਪ ਅਪਲਾਈ ਕੀਤੀ ਸੀ ਇੰਟਰਵਿਊ 'ਤੇ, ਉਹਨਾਂ ਨੇ ਕੋਈ ਮੇਰਾ ਹੋਰ ਨਾਂ ਕੱਢ ਲਿਆ ਅਤੇ ਉਸ ਤੋਂ ਬਾਅਦ ਮੈਨੂੰ ਜਿਹੜਾ ਹੈਗਾ ਉਹ ਹੁਣ ਕੀ ਇਹਦਾ ਜਿਹੜਾ ਪ੍ਰੋਸੈਸਿੰਗ ਹੋਊਗੀ, ਕਿਉਂਕਿ ਮੇਰੇ ਕੇਸ ਦਾ ਹੁਣ ਕੀ ਬਣੂਗਾ। ਡਿਪੈਂਡ ਕਰਦਾ ਜੀ ਕਿ ਜੇ ਤੁਸੀਂ ਹੁਣ ਕੋਈ ਹੋਰ ਨਾਂ 'ਤੇ ਪਹਿਲਾਂ ਆਏ ਸੀ, ਬਾਅਦ 'ਚ ਨਾਂ ਬਦਲ ਕੇ ਅਸਾਈਲਮ ਕਰਤਾ, ਜਾਂ ਤੁਸੀਂ ਉਹ ਪੁਰਾਣਾ ਦੱਸਿਆ ਨਹੀਂ, ਉਹਦੇ ਵਿੱਚ ਉਹਨਾਂ ਦਾ ਹੱਕ ਆ, ਉਹ ਮਤਲਬ ਕੱਢ ਕੇ ਜੇ ਉਹ 'ਤੇ ਡੀਪੋਰਟੇਸ਼ਨ ਲੱਗੀ ਆ ਤਾਂ ਤੁਹਾਨੂੰ ਰਿਮੂਵਲ ਪ੍ਰੋਸੀਡਿੰਗ 'ਚ ਵੀ ਪਾ ਸਕਦੇ ਆ। ਇਹ ਤੁਹਾਡੇ ਸਾਰੇ ਜਿਹੜੇ ਪੇਪਰ ਦੇਖ ਕੇ, ਸਾਰੀ ਫਾਈਲ ਦੇਖ ਕੇ ਆਪਾਂ ਦੱਸ ਸਕਦੇ ਹਾਂ ਵੀ ਕੀ ਹੋਊਗਾ। ਅਗਲਾ ਸਵਾਲ ਹੈ ਜੀ ਕਿ ਮੇਰੀ ਲਾਸਟ ਈਅਰ ਫਾਈਨਲ ਅਸਾਈਲਮ ਦੀ ਹੀਅਰਿੰਗ ਸੀ ਅਤੇ ਮੇਰਾ ਵਕੀਲ ਬਿਮਾਰ ਹੋ ਗਿਆ, ਜਿਹਦੇ ਕਰਕੇ ਕਿ ਇੰਟਰਵਿਊ ਨਹੀਂ ਹੋਈ, ਅਤੇ ਜੱਜ ਨੇ ਕਿਹਾ ਕਿ ਮੋਸ਼ਨ ਸੈਂਡ ਕਰੋ ਹੋਰ ਡੇਟ ਵਾਸਤੇ, ਪਰ ਅਜੇ ਤੱਕ ਹੀਅਰਿੰਗ ਸ਼ੋ ਨਹੀਂ ਹੋ ਰਹੀ। ਇਹਨੂੰ ਟਾਈਮ ਲੱਗਦਾ ਜੀ ਕਈ ਵਾਰ ਜੱਜ ਬਿਜ਼ੀ ਹੁੰਦੇ ਆ, ਪਰ ਜੇ ਉਹਨੇ ਮੋਸ਼ਨ ਕੀਤੀ ਆ ਡੇਟ ਲੈਣ ਲਈ, ਉਹਨੂੰ ਮੋਸ਼ਨ ਟੂ ਐਡਵਾਂਸ ਕਹਿੰਦੇ ਆ, ਅਤੇ ਉਹਦੇ ਵਿੱਚ ਫਿਰ ਉਹ ਫੈਸਲਾ ਕਰਨਗੇ ਵੀ ਡੇਟ ਦੇ ਸਕਦੇ ਆ ਕਿ ਨਹੀਂ, ਪਰ ਇਹਨੂੰ ਟਾਈਮ ਲੱਗ ਸਕਦਾ। ਪਰ ਫੋਲੋਅਪ ਫਿਰ ਵੀ ਕਰੋ, ਸੋ ਆਪਣੇ ਵਕੀਲ ਸਾਹਿਬ ਨੂੰ ਕਹੋ ਵੀ ਇਹਨੂੰ ਫੋਲੋਅਪ ਕਰਨ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰੀ ਡੇਟ ਕੈਂਸਲ ਹੋ ਗਈ ਸੀਗੀ ਇੰਟਰਵਿਊ ਦੀ, ਅਤੇ ਹੁਣ 5 ਮਹੀਨੇ ਹੋ ਗਏ ਨਵੀਂ ਡੇਟ ਨਹੀਂ ਆਈ। ਇਹਦੇ ਬਾਰੇ ਤਾਂ ਹੁਣ ਡਿਪੈਂਡ ਕਰੂਗਾ ਜੀ ਕੋਰਟ ਕਿਹੜੀ ਆ ਅਤੇ ਕਿੱਥੇ ਆ, ਕਿਉਂ ਕੈਂਸਲ ਹੋਈ ਆ। ਕਈ ਕੋਰਟਾਂ ਦੇ ਵਿੱਚ ਜ਼ਿਆਦਾ ਟਾਈਮ ਲੱਗ ਰਿਹਾ, ਸੋ ਇਹਦੇ ਬਾਰੇ ਆਪਾਂ ਅਜੇ ਕੁਝ ਕਲੀਅਰ ਨਹੀਂ ਕਰ ਸਕਦੇ ਅੰਡਰ ਸਾਨੂੰ ਇਹ ਪਤਾ ਲੱਗੇ ਵੀ ਕੋਰਟ ਕਿਹੜੀ ਹੈ। ਅਗਲਾ ਸਵਾਲ ਹੈ ਜੀ ਕਿ ਕੈਨੇਡਾ ਦਾ PR ਜੇ ਕੋਈ ਹੋਵੇ ਤਾਂ USA 'ਚ ਵਰਕ ਪਰਮਿਟ ਲੈ ਸਕਦਾ? ਐਜ਼ ਇਟ ਇਜ਼ ਨਹੀਂ ਲੈ ਸਕਦਾ ਜੀ, ਕਿਉਂਕਿ ਅਮਰੀਕਾ ਦਾ ਇੱਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਵੀ ਜੇ ਕੈਨੇਡਾ ਜਾਂ ਕਿਸੇ ਹੋਰ ਮੁਲਕ ਦਾ, ਆਸਟ੍ਰੇਲੀਆ ਦਾ, ਇੰਗਲੈਂਡ ਦਾ ਕੋਈ PR ਆ ਕੇ ਇੱਥੇ ਲੈ ਸਕੇ। ਇੱਦਾਂ ਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਆ। ਅਗਲਾ ਸਵਾਲ ਹੈ ਜੀ ਕਿ ਵਿਜ਼ਟਰ ਵੀਜ਼ਾ ਕਦੋਂ ਓਪਨ ਹੋਏਗਾ? ਵਿਜ਼ਟਰ ਵੀਜ਼ਾ ਓਪਨ ਹੀ ਹੈ ਜੀ, ਲੇਕਿਨ ਉਹਦੀ ਜਿਹੜੀ ਪ੍ਰੋਬਲਮ ਇਹ ਆ ਕਿ ਅਪਾਇੰਟਮੈਂਟ ਦੀ ਡੇਟ ਬਹੁਤ ਲੰਬੀ ਮਿਲਦੀ ਆ, ਸੋ ਜਿਹੜੀਆਂ ਡੇਟਾਂ ਨੇ ਉਹ ਬਹੁਤ ਟਾਈਮ ਪਾ ਕੇ ਮਿਲ ਰਹੀਆਂ ਨੇ। ਇਹ ਹੁਣ ਟਾਈਮ ਹੀ ਦੱਸੂਗਾ ਵੀ ਇਹ ਕਦੋਂ ਜਿਹੜੀਆਂ ਡੇਟਾਂ ਅਵੇਲੇਬਲ ਹੁੰਦੀਆਂ, ਕਿਉਂਕਿ ਬਹੁਤ ਲੰਬੀਆਂ ਡੇਟਾਂ ਜਿਹੜੀਆਂ ਨੇ ਉਹ ਇਹ ਦੇ ਰਹੇ ਆ। ਅਗਲਾ ਸਵਾਲ ਹੈ ਜੀ ਕਿ ਜਿਹੜੇ OCI ਕਾਰਡ 'ਤੇ ਬੰਦਾ ਕਿੰਨੀ ਦੇਰ ਇੰਡੀਆ ਰਹਿ ਸਕਦਾ? ਇਹ ਡਿਪੈਂਡ ਕਰਦਾ ਜੀ। OCI ਕਾਰਡ ਤੁਸੀਂ ਜਿੰਨੀ ਦੇਰ ਮਰਜ਼ੀ ਰਹਿ ਲਓ, ਕਿਉਂਕਿ ਜੇ ਤੁਸੀਂ US ਸਿਟੀਜ਼ਨ ਹੋ ਤਾਂ ਤੁਹਾਡੇ 'ਤੇ ਉਹ ਰਿਕੁਆਇਰਮੈਂਟ ਨਹੀਂ ਹੈ ਕਿ ਤੁਸੀਂ 6 ਮਹੀਨੇ 'ਚ ਮੁੜਨਾ ਜਾਂ ਸਾਲ 'ਚ। ਕੋਈ ਗ੍ਰੀਨ ਕਾਰਡ ਹੋਲਡਰ ਵਾਲੇ ਨੂੰ ਤਾਂ 6 ਮਹੀਨੇ 'ਚ ਜਿਹੜਾ ਵਾਪਸ ਆਉਣਾ ਪੈਂਦਾ। ਸੋ ਤੁਸੀਂ ਜਿਹੜਾ ਅਮਰੀਕਨ ਸਿਟੀਜ਼ਨ ਆ ਉਹ ਜੇ ਵੱਧ ਟਾਈਮ ਵੀ ਰਹਿ ਸਕਦਾ ਤਾਂ OCI ਕਾਰਡ ਜੇ ਉਹਦੇ ਕੋਲ ਹੈਗਾ ਤਾਂ ਰਹਿ ਸਕਦਾ। ਬਾਕੀ ਤੁਸੀਂ ਜਿਹੜਾ ਇੰਡੀਅਨ ਕਾਉਂਸਲੇਟ ਆ, ਜਿਹੜੀ ਇੰਡੀਅਨ ਐਮਬੈਸੀ ਆ, ਉੱਥੋਂ ਪਤਾ ਕਰ ਸਕਦੇ ਹੋ ਵੀ ਅਸੀਂ ਕਿੰਨੀ ਦੇਰ ਉੱਥੇ ਜਿਹੜਾ ਹੈਗਾ ਉਹ ਰਹਿ ਸਕਦੇ ਹਾਂ। ਅਤੇ ਬਾਕੀ ਇਹ ਆ ਕਿ ਅਗਲਾ ਸਵਾਲ ਜਿਹੜਾ ਹੁਣ ਆਖਰੀ ਸਵਾਲ ਆਪਣਾ ਜੀ ਉਹ ਇਹ ਆ ਕਿ ਤੁਸੀਂ ਇਹ ਦੱਸੋ ਕਿ ਅਸਾਈਲਮ ਦੇ ਕੇਸ ਪਾਸ ਹੋ ਰਹੇ ਅੱਜ ਕੱਲ੍ਹ? ਹਾਂਜੀ ਹੋ ਰਹੇ ਆ, ਮੈਂ ਦੱਸ ਕੇ ਹਟਿਆ ਸਾਡੇ ਕੇਸ ਪਾਸ ਹੋਏ ਆ ਇਸ ਵੀਕ, ਪਰ ਥੋੜ੍ਹਾ ਜਿਹਾ ਇਸ਼ੂ ਜਿਹੜਾ ਉਹ ਰੀਲੋਕੇਸ਼ਨ ਦਾ ਹੁੰਦਾ, ਉਹ 'ਚ ਅਪਰੂਵ ਕਰਨਾ ਪੈਂਦਾ ਵੀ ਤੁਸੀਂ ਕਿਹੜੇ ਮੁਲਕਾਂ ਦੇ ਵਿੱਚ ਜੇ ਕਿਤੇ ਹੋਰ ਰਹੇ ਹੋ ਤਾਂ ਉੱਥੇ ਕਿਉਂ ਨਹੀਂ ਜਾ ਸਕਦੇ, ਜਾਂ ਇੰਡੀਆ 'ਚ ਕਿਹੜੀ ਸਟੇਟ ਦੇ ਵਿੱਚ ਹੋਰ ਜਾ ਸਕਦੇ ਹੋ, ਜਿਵੇਂ ਬੰਬੇ ਜਾ ਸਕਦੇ ਹੋ ਜਾਂ ਕਲਕੱਤੇ ਜਾ ਸਕਦੇ ਹੋ, ਇੱਦਾਂ ਉਹਨੂੰ ਪ੍ਰੂਵ ਕਰਨਾ ਪੈਂਦਾ ਵੀ ਨਹੀਂ ਜਾ ਸਕਦੇ ਅਸੀਂ। ਉਹ ਹਰੇਕ ਕੇਸ ਦਾ ਇੱਕ ਵੱਖਰਾ ਜਿਹੜਾ ਹੈਗਾ ਉਹ ਪੈਰਾਮੀਟਰ ਹੁੰਦਾ, ਪਰ ਉਹ ਰੀਲੋਕੇਸ਼ਨ ਦੇ ਇਸ਼ੂ ਨੂੰ ਜਿਹੜਾ ਉਹ ਟੈਕਲ ਕਰਨਾ ਪੈਂਦਾ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਮੈਨੂੰ ਆਸ ਹੈ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਤਿ ਸ਼੍ਰੀ ਅਕਾਲ ਜੀ।